ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟੋਰਾਂਟੋ ਦੀਆਂ ਉਡਾਨਾਂ ਦੇ ਉੱਪਰ ਲੱਗੀ ਰੋਕ, 에ਅਰ ਟ੍ਰਾਂਜ਼ਿਟ ਨੇ ਕੀਤੀਆਂ ਫਲਾਈਟਾਂ ਬੰਦ। ਕੈਨੇਡਾ ਨਹੀਂ ਲਵੇਗਾ ਫਾਈਜ਼ਰ ਟੀਕੇ ਦੇ ਉੱਪਰ ਲੀਗਲ ਐਕਸ਼ਨ, ਮੰਤਰੀ ਨੇ ਦੱਸਿਆ ਪੂਰਾ ਮਾਮਲਾ। ਮੈਨੀਟੋਬਾ ਆਉਣ ਵਾਲਿਆਂ ਦੀ ਵੀ ਸਖਤੀਆਂ ਜਾਰੀ, ਹੁਣ 14 ਦਿਨਾਂ ਦਾ ਇਕਾਂਤਵਾਸ ਜ਼ਰੂਰੀ। UN ਤੱਕ ਪਹੁੰਚੀ ਅੰਦੋਲਨ ਦੇ ਵਿੱਚ ਹਿੰਸਾ ਦੀ ਗੱਲ, ਕਿਹਾ ਅਹਿੰਸਾ ਦਾ ਸਤਿਕਾਰ ਕਰਨਾ ਜ਼ਰੂਰੀ। ਨਿਯਮ ਤੋੜ ਕਰੋਨਾ ਟੀਕਾ ਲਗਵਾਉਣ ਯੂਕੌਨ ਗਿਆ ਜੋੜਾ, ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੂਸਰਾ ਸ਼ਾਟ ਲਗਾਉਣ ਦੇ ਲਈ ਕਰਨਾ ਪਵੇਗਾ ਇੰਤਜ਼ਾਰ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਟੋਰਾਂਟੋ ਤੋਂ ਫਲਾਈਟਸ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਇਹ ਰੋਕ ਲਗਾਈ ਹੈ 에ਅਰ ਟ੍ਰਾਂਜ਼ਿਟ ਨੇ ਅਪ੍ਰੈਲ 30 ਤੱਕ। ਕੰਪਨੀ ਨੇ ਕਿਹਾ ਹੈ ਕਿ ਮੌਂਟਰੀਅਲ ਦੀਆਂ ਕਈ ਫਲਾਈਟਾਂ ਦੇ ਉੱਪਰ ਵੀ ਜਿਹੜੇ ਰੂਟਸ ਨੇ ਉਹਨਾਂ ਦੇ ਉੱਪਰ ਰੋਕ ਲਗਾਈ ਜਾਵੇਗੀ। ਦਰਅਸਲ ਇਸ ਦੇ ਬਾਰੇ ਉਹਨਾਂ ਨੇ ਇਹ ਕਾਰਨ ਦੱਸਿਆ ਹੈ ਕਿ ਫੈਡਰਲ ਸਰਕਾਰ ਨੇ ਜੋ 에ਅਰਪੋਰਟ ਦੇ ਉੱਪਰ ਆਉਣ ਦੇ ਉੱਪਰ ਕੋਵਿਡ-19 ਦਾ ਟੈਸਟ ਦਿਖਾਉਣ ਸੰਬੰਧੀ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਇਸ ਦੇ ਨਾਲ ਬੁਕਿੰਗਸ ਦੇ ਉੱਪਰ ਅਸਰ ਪਿਆ। ਨਾਲ ਹੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਦੀ ਸਾਂਝ ਪਾਈ ਗਈ ਹੈ ਕਿ ਆਉਣ ਵਾਲੇ 2 ਹਫ਼ਤਿਆਂ ਦੇ ਦੌਰਾਨ ਨਵੀਆਂ ਪਾਬੰਦੀਆਂ ਜਾਰੀ ਕੀਤੀਆਂ ਜਾ ਸਕਦੀਆਂ ਹਨ। 에ਅਰ ਟ੍ਰਾਂਜ਼ਿਟ ਨੇ ਫਲਾਈਟਸ ਨਾਲ ਸੰਬੰਧਿਤ ਵੱਡਾ ਫੈਸਲਾ ਲਿਆ ਹੈ। 에ਅਰ ਟ੍ਰਾਂਜ਼ਿਟ ਨੇ ਟੋਰਾਂਟੋ ਤੋਂ ਸਾਰੇ ਰੂਟਸ ਅਪ੍ਰੈਲ 30 ਤੱਕ ਬੰਦ ਕਰ ਦਿੱਤੇ ਹਨ। ਇਹ ਫੈਸਲਾ ਕੱਲ੍ਹ ਤੋਂ ਲਾਗੂ ਹੋਣ ਜਾ ਰਿਹਾ ਹੈ। ਟ੍ਰਾਂਜ਼ਿਟ ਸਪੋਕਸ ਵਿਮਨ ਨੇ ਜਾਣਕਾਰੀ ਦਿੱਤੀ ਹੈ ਕਿ ਮੌਂਟਰੀਅਲ ਤੋਂ ਵੀ ਕੁਝ ਉਡਾਨਾਂ ਬੰਦ ਕੀਤੀਆਂ ਜਾਣਗੀਆਂ। ਟਰੈਵਲ ਕੰਪਨੀ ਨੇ ਕਿਹਾ ਹੈ ਕਿ ਜੋ ਕੈਨੇਡਾ ਸਰਕਾਰ ਨੇ ਬਾਰਡਰ ਐਂਟਰੀਜ਼ ਦੇ ਉੱਪਰ ਸਖਤੀ ਕੀਤੀ ਹੈ, ਉਸ ਦੇ ਨਾਲ ਬੁਕਿੰਗ ਘਟ ਗਈ ਹੈ। ਇੱਕ ਮੈਮੋ ਦੇ ਰਾਹੀਂ ਜਾਣਕਾਰੀ ਦਿੱਤੀ ਗਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਜਿਨ੍ਹਾਂ ਨੇ ਵੀ ਫਲਾਈਟਸ ਦੇ ਲਈ ਕੈਸ਼ ਜਾਂ ਫਿਰ ਕ੍ਰੈਡਿਟ ਕਾਰਡ ਦੇ ਰਾਹੀਂ ਪੇਮੈਂਟ ਕੀਤੀ ਸੀ, ਉਹਨਾਂ ਨੂੰ ਪੂਰਾ ਰੀਫੰਡ ਮਿਲੇਗਾ। ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ਦੌਰਾਨ ਹੀ ਕੈਨੇਡਾ ਵੱਲੋਂ ਨਵੀਆਂ ਟਰੈਵਲ ਰਿਸਟ੍ਰਿਕਸ਼ਨਸ ਐਲਾਨੀਆਂ ਜਾਣਗੀਆਂ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਛੁੱਟੀਆਂ ਦੇ ਪਲਾਨ ਬਣਾ ਰਹੇ ਹੋ ਤਾਂ ਉਹਨਾਂ ਨੂੰ ਕੈਂਸਲ ਕਰ ਦਿਓ, ਉਹਨਾਂ ਨੂੰ ਰੱਦ ਕਰ ਦਿਓ, ਕਿਉਂਕਿ ਕੋਵਿਡ ਦੇ ਦੌਰਾਨ ਘੁੰਮਣ ਦਾ ਇਹ ਸਹੀ ਵੇਲਾ ਨਹੀਂ ਹੈ। ਲਗਾਤਾਰ ਵੱਖ-ਵੱਖ ਪ੍ਰੋਵਿੰਸਿਸ ਦੇ ਪ੍ਰੀਮੀਅਰ ਵੱਲੋਂ ਵੀ ਫੈਡਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਡਾਨਾਂ ਦੇ ਉੱਪਰ ਰੋਕ ਲਗਾਈ ਜਾਵੇ ਅਤੇ ਨਾਨ ਐਸੈਂਸ਼ੀਅਲ ਟਰੈਵਲ ਨੂੰ ਪੂਰੀ ਤਰ੍ਹਾਂ ਦੇ ਨਾਲ ਬੈਨ ਕੀਤਾ ਜਾਵੇ। ਉਧਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਕਰੋਨਾ ਵਾਇਰਸ ਪੈਂਡੇਮਿਕ ਦੇ ਦੌਰਾਨ ਉਹਨਾਂ ਵੱਲੋਂ 30,000 ਤੋਂ ਜ਼ਿਆਦਾ ਫੋਰਨ ਨੈਸ਼ਨਲਜ਼ ਨੂੰ ਦਾਖਲ ਹੋਣ ਤੋਂ ਰੋਕਿਆ ਗਿਆ। ਜਾਣਕਾਰੀ ਦੇ ਮੁਤਾਬਕ 30,475 ਫੋਰਨ ਨੈਸ਼ਨਲਜ਼ US ਤੋਂ ਉਡਾਨਾਂ ਦੇ ਰਾਹੀਂ ਮਾਰਚ 22, 2020 ਤੋਂ ਜਨਵਰੀ 6, 2021 ਦੌਰਾਨ ਇੱਥੇ ਆਏ। 756 ਨੂੰ ਬਾਰਡਰ ਤੋਂ ਵਾਪਸ ਮੋੜਿਆ ਗਿਆ। ਗੱਲ ਕਹੀ ਜਾ ਰਹੀ ਸੀ ਕਿ ਫਾਈਜ਼ਰ ਵੈਕਸੀਨ ਦੀ ਜੋ ਡਿਲੀਵਰੀ ਡਿਲੇ ਹੋਈ ਹੈ, ਜਾਣੀ ਕਿ ਉਸ ਦੇ ਉੱਪਰ ਅਸਰ ਪਿਆ, ਉਸ ਦੇ ਚੱਲਦਿਆਂ ਫੈਡਰਲ ਸਰਕਾਰ ਨੂੰ ਲੀਗਲ ਐਕਸ਼ਨ ਲੈਣਾ ਚਾਹੀਦਾ ਹੈ। ਪਰ ਪ੍ਰੋਕਿਉਰਮੈਂਟ ਮੰਤਰੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੈਨੇਡਾ ਇਸ ਵੈਕਸੀਨ ਦੇ ਉੱਪਰ, ਜਾਣੀ ਕਿ ਫਾਈਜ਼ਰ ਟੀਕੇ ਦੇ ਉੱਪਰ ਕਿਸੇ ਵੀ ਤਰੀਕੇ ਦਾ ਕੋਈ ਲੀਗਲ ਐਕਸ਼ਨ ਨਹੀਂ ਲਵੇਗਾ। ਕੈਨੇਡਾ ਸਰਕਾਰ ਅਜੇ ਫਾਈਜ਼ਰ ਵੈਕਸੀਨ ਵੱਲੋਂ ਜੋ ਵੈਕਸੀਨ ਡਿਲੀਵਰੀ ਡਿਲੇ ਕੀਤੀ ਗਈ ਹੈ, ਉਸ ਉੱਪਰ ਲੀਗਲ ਐਕਸ਼ਨ ਨਹੀਂ ਲਵੇਗੀ। ਸਰਕਾਰ ਦਾ ਅਜਿਹਾ ਕੋਈ ਵੀ ਵਿਚਾਰ ਨਹੀਂ ਹੈ। ਇਹ ਜਾਣਕਾਰੀ ਕੈਨੇਡਾ ਦੀ ਪ੍ਰੋਕਿਉਰਮੈਂਟ ਮੰਤਰੀ ਨੇ ਸਾਂਝੀ ਕੀਤੀ ਹੈ। ਪਿਛਲੇ ਹਫ਼ਤੇ ਮੇਜਰ ਜਨਰਲ ਡੈਨੀ ਫੋਰਟਿਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਟੀਕੇ ਦੀ ਸ਼ਿਪਮੈਂਟ 1 ਹਫ਼ਤੇ ਦੇ ਲਈ ਲੇਟ ਹੋਵੇਗੀ। ਫੋਰਟਿਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਫਰਵਰੀ ਦੇ ਪਹਿਲੇ 2 ਹਫ਼ਤਿਆਂ ਦੇ ਵਿੱਚ ਫਿਰ ਤੋਂ ਟੀਕੇ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਰੈਂਪਲ ਵੱਲੋਂ ਲੀਗਲ ਐਕਸ਼ਨ ਬਾਰੇ ਦੇ ਵਿੱਚ ਗੱਲ ਕਹੀ ਗਈ। ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਇਸ ਮਾਮਲੇ ਦੇ ਉੱਪਰ ਚੁੱਪ ਕਿਉਂ ਹੈ। ਪ੍ਰੋਕਿਉਰਮੈਂਟ ਮੰਤਰੀ ਆਨੰਦ ਨੇ ਕਿਹਾ ਹੈ ਕਿ ਇਹ ਕੰਟਰੈਕਚੁਅਲ ਲਾਅ ਦਾ ਮਾਮਲਾ ਹੈ। ਇਸ ਦੇ ਵਿੱਚ ਇੱਕ ਪਾਰਟੀ ਬ੍ਰਚ ਆਫ ਕੰਟੈਕਟ ਕਾਰਨ ਦੂਸਰੀ ਪਾਰਟੀ ਦੇ ਉੱਪਰ ਕੇਸ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਫਾਈਜ਼ਰ ਵੈਕਸੀਨ ਨੇ ਫਰਸਟ ਕੁਆਰਟਰ ਦੇ ਆਖਿਰ ਤੱਕ 4 ਮਿਲੀਅਨ ਡੋਜ਼ਸ ਭੇਜਣ ਦੀ ਗੱਲ ਕਹੀ ਹੈ। When Pfizer informed us that there would be a temporary delay in their shipments starting this week, I was disappointed and frustrated, to say the least. My team has been in direct communication with Pfizer, as have I, to make sure that Pfizer meets its commitments. I can also assure this House that I have been in contact with Pfizer personally, almost on a daily basis, to reiterate firmly the importance for Canada of returning to our regular delivery schedule as soon as possible.
It is important to note that the temporary delay in deliveries is so that Pfizer can increase its production capacity so we can expect a ramp up of deliveries in the vaccine following this disruption. It is also important to note that Canada is far from the only country impacted by the disruption. All countries supplied by Pfizer's European facility have had its shipments impacted. Pfizer has confirmed that while the next few weeks will be challenging when it comes to deliveries, hundreds of thousands of doses will be delivered the weeks of February 15th and the weeks that follow. They have also confirmed that we will receive all 4 million doses owed to us in the first quarter of this year on time before March 31st. The fact is, Mr. Speaker, that between Moderna and Pfizer, we still anticipate receiving 6 million doses of COVID-19 vaccines by the end of March. After that, we can expect a significant acceleration in the delivery of authorized vaccines. From April to June, we expect that at least 20 million doses of vaccines will be available to Canadians from coast to coast to coast. Between Pfizer and Moderna alone, we remain on track to have enough vaccines by the end of September for everyone in Canada who is eligible and wants to be vaccinated. ਕੈਨੇਡਾ ਦੇ ਵਿੱਚ ਇੱਕ ਪਾਸੇ ਟਰੈਵਲ ਦੇ ਨਾਲ ਸੰਬੰਧਿਤ ਨਵੇਂ ਨਿਯਮ ਲਾਗੂ ਕੀਤੇ ਗਏ ਹਨ, ਦੂਜੇ ਪਾਸੇ ਮੈਨੀਟੋਬਾ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਵੀ ਇੱਥੇ ਆਵੇਗਾ, ਚਾਹੇ ਉਹ ਵੈਸਟਰਨ ਕੈਨੇਡਾ ਤੋਂ ਆਵੇ, ਉਹਨਾਂ ਨੂੰ 14 ਦਿਨਾਂ ਦੇ ਲਈ ਕੁਆਰੰਟੀਨ ਕਰਨਾ ਲਾਜ਼ਮੀ ਹੋਵੇਗਾ। ਆਉਣ ਵਾਲੀ ਹਰ ਵਿਅਕਤੀ ਨੂੰ 14 ਦਿਨ ਆਪਣੇ ਆਪ ਨੂੰ ਆਈਸੋਲੇਟ ਰੱਖਣਾ ਪਵੇਗਾ। ਉਹਨਾਂ ਕਿਹਾ ਹੈ ਕਿ ਫੈਡਰਲ ਸਰਕਾਰ ਜੋ ਟਰੈਵਲ ਦੇ ਨਾਲ ਸੰਬੰਧਿਤ ਹੋਰ ਵੀ ਪਾਬੰਦੀਆਂ ਦਾ ਐਲਾਨ ਕਰੇ ਤਾਂ ਕਿ ਕੋਵਿਡ-19 ਦੀ ਜਿਹੜੀ ਸਥਿਤੀ ਹੈ, ਖਾਸ ਕਰ ਜੋ ਨਵਾਂ ਵੇਰੀਐਂਟ ਪਾਇਆ ਗਿਆ ਹੈ, ਉਸ ਤੋਂ ਬਚਾਅ ਕੀਤਾ ਜਾ ਸਕੇ। ਹੁਣ ਮੈਨੀਟੋਬਾ ਆਉਣ ਦੇ ਉੱਪਰ 14 ਦਿਨਾਂ ਦਾ ਕੁਆਰੰਟੀਨ ਲਾਜ਼ਮੀ ਹੋਵੇਗਾ। ਇਸ ਦੇ ਵਿੱਚ ਉਹ ਲੋਕ ਵੀ ਸ਼ਾਮਿਲ ਹਨ ਜੋ ਵੈਸਟਰਨ ਕੈਨੇਡਾ ਤੋਂ ਆਉਣਗੇ। ਇਹਨਾਂ ਸਭ ਨੂੰ ਮੈਨੀਟੋਬਾ ਪਹੁੰਚਣ ਦੇ ਉੱਪਰ 14 ਦਿਨਾਂ ਦੇ ਲਈ ਸੈਲਫ ਆਈਸੋਲੇਟ ਕਰਨਾ ਹੋਵੇਗਾ। ਇਸ ਦੀ ਜਾਣਕਾਰੀ ਖੁਦ ਪ੍ਰੀਮੀਅਰ ਨੇ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਇਸ ਸਭ ਦੇ ਨਾਲ ਕਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਨਾਲ ਹੀ ਟਰੈਵਲ ਰਿਸਟ੍ਰਿਕਸ਼ਨਸ ਵੀ ਲਗਾਈਆਂ ਜਾ ਰਹੀਆਂ ਹਨ। ਯਾਤਰਾ ਸੰਬੰਧੀ ਪਾਬੰਦੀਆਂ ਕਦੋਂ ਖਤਮ ਹੋਣਗੀਆਂ, ਅਜੇ ਇਸ ਦੇ ਬਾਰੇ ਨਹੀਂ ਦੱਸਿਆ ਗਿਆ। ਕੋਵਿਡ-19 ਦੇ ਨਵੇਂ ਵੇਰੀਐਂਟ ਤੋਂ ਬਾਅਦ ਸਿਹਤ ਮਾਹਿਰਾਂ ਦੀ ਚਿੰਤਾ ਵੱਧ ਗਈ ਹੈ। ਅਜਿਹੇ ਦੇ ਵਿੱਚ ਇੱਕ ਕਦਮ ਚੁੱਕੇ ਜਾ ਰਹੇ ਹਨ ਜੋ ਹਨ ਟਰੈਵਲ ਰਿਸਟ੍ਰਿਕਸ਼ਨਸ। ਨਾਲ ਹੀ ਪ੍ਰੀਮੀਅਰ ਵੱਲੋਂ ਫੈਡਰਲ ਸਰਕਾਰ ਤੋਂ ਵੀ ਹੋਰ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਗਈ ਹੈ। We're seeing the presence of these variants growing around the world. We're seeing a number of cases appearing in Canada, and we're seeing significant problems in the UK, South Africa, and many other countries. This is an article from the Globe and Mail today. British variant more deadly. Researchers say 30% more deadly, according to initial research. So there's real reason for concern, and we're acting out of a sense of concern and out of an abundance of caution. We feel these measures are necessary now. ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਬ੍ਰਿਟਿਸ਼ ਕੋਲੰਬੀਆ ਦਾ ਇੱਕ ਜੋੜਾ ਯੂਕੌਨ ਦੇ ਵਿੱਚ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲਗਾਉਣ ਦੇ ਲਈ ਗਿਆ। ਹੁਣ ਜਾਣਕਾਰੀ ਦਿੱਤੀ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਹੈਲਥ ਮਿਨਿਸਟਰੀ ਵੱਲੋਂ ਇਹਨਾਂ ਨੂੰ ਜੋ ਇਹ ਜੋੜਾ ਗਿਆ ਸੀ ਉਹਨਾਂ ਨੂੰ ਹੁਣ ਇੰਤਜ਼ਾਰ ਕਰਨਾ ਪਏਗਾ ਕਰੋਨਾ ਦਾ ਦੂਸਰਾ ਡੋਜ਼ ਲਗਾਉਣ ਦੇ ਵਾਸਤੇ। ਆਪਣਾ ਪਰਸਨਲ ਚਾਰਟਰ ਪਲੇਨ ਲੈ ਕੇ ਯੂਕੌਨ ਗਏ ਸੀ, ਪਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਜੇ ਹੁਣ ਉਹਨਾਂ ਨੂੰ ਸੈਕਿੰਡ ਡੋਜ਼ ਨਹੀਂ ਲੱਗੇਗਾ। ਬ੍ਰਿਟਿਸ਼ ਕੋਲੰਬੀਆ ਦਾ ਇੱਕ ਜੋੜਾ ਕੋਵਿਡ ਵੈਕਸੀਨ ਦਾ ਪਹਿਲਾ ਸ਼ਾਟ ਲਗਵਾਉਣ ਦੇ ਲਈ ਯੂਕੌਨ ਗਿਆ, ਪਰ ਕੈਨੇਡਾ ਦੇ ਵਿੱਚ ਹੁਣ ਸੈਕਿੰਡ ਸ਼ਾਟ ਦੇ ਲਈ ਉਹਨਾਂ ਨੂੰ ਇੰਤਜ਼ਾਰ ਕਰਨਾ ਪਵੇਗਾ। ਕੋਵਿਡ-19 ਦੇ ਨਿਯਮਾਂ ਨੂੰ ਤੋੜਦਿਆਂ ਇੱਕ ਕਪਲ ਯੂਕੌਨ ਗਿਆ। ਇਸ ਮਾਮਲੇ ਦੀ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਦੀ ਮਿਨਿਸਟਰੀ ਆਫ ਹੈਲਥ ਨੇ ਸਾਂਝੀ ਕੀਤੀ ਹੈ। ਇਹਨਾਂ ਦੀ ਪਹਿਚਾਣ ਰੌਡਨੀ ਬੇਕਰ, ਜੋ ਕਿ ਗ੍ਰੇਟ ਕੈਨੇਡੀਅਨ ਗੇਮਸ ਕਾਰਪੋਰੇਸ਼ਨ ਦਾ ਸਾਬਕਾ ਪ੍ਰੈਜ਼ੀਡੈਂਟ ਅਤੇ CEO ਹੈ, ਅਤੇ ਇਕਟੇਨੀਆ, ਜੋ ਕਿ ਐਸਪਾਇਰਿੰਗ ਐਕਟਰੈਸ ਹੈ, ਦੇ ਤੌਰ ਦੇ ਉੱਪਰ ਦੱਸੀ ਹੈ। ਇਹ ਦੋਹੇ ਜਾਣੇ ਨਿਯਮ ਤੋੜ ਕੇ ਚਾਰਟਰ ਪਲੇਨ ਲੈ ਕੇ ਯੂਕੌਨ ਗਏ। ਹੁਣ ਇਸ ਘਟਨਾ ਤੋਂ ਬਾਅਦ ਮਿਨਿਸਟਰੀ ਆਫ ਹੈਲਥ ਨੇ ਕਿਹਾ ਹੈ ਕਿ ਦੂਸਰਾ ਡੋਜ਼ ਲੈਣ ਦੇ ਲਈ ਜੋੜੇ ਨੂੰ ਇੰਤਜ਼ਾਰ ਕਰਨਾ ਪਵੇਗਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲਾਂ ਉਹਨਾਂ ਨੂੰ ਟੀਕੇ ਲਗਾਏ ਜਾ ਰਹੇ ਹਨ ਜਿਨ੍ਹਾਂ ਨੂੰ ਹਾਈ ਰਿਸਕ ਹੈ। ਉਸ ਤੋਂ ਬਾਅਦ ਯੰਗਸਟਰਸ ਨੂੰ ਵੈਕਸੀਨ ਲਗਾਈ ਜਾਵੇਗੀ। ਸਪਟੈਂਬਰ ਤੱਕ 4 ਮਿਲੀਅਨ ਕੋਵਿਡ ਟੀਕੇ ਲਗਾਏ ਜਾਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਕਿਹਾ ਹੈ ਕਿ 42 ਦਿਨਾਂ ਅੰਦਰ ਮੋਡਰਨਾ ਵੈਕਸੀਨ ਦੀ ਦੂਸਰੀ ਡੋਜ਼ ਲਗਾਈ ਜਾਵੇਗੀ।
ਜੋ ਵੈਕਸੀਨ ਦੇ ਬਾਰੇ ਵਿੱਚ ਪਲਾਨ ਤਿਆਰ ਕੀਤਾ ਗਿਆ ਹੈ ਉਸ ਦੇ ਅਨੁਸਾਰ 59 ਤੋਂ 30 ਸਾਲ ਦੀ ਉਮਰ ਵਾਲਿਆਂ ਨੂੰ ਜੁਲਾਈ ਤੋਂ ਸਤੰਬਰ ਦੇ ਵਿਚਕਾਰ ਵੈਕਸੀਨੇਸ਼ਨ ਦਿੱਤੀ ਜਾਵੇਗੀ। ਸੋ ਵੱਖ-ਵੱਖ ਕੈਨੇਡਾ ਦੇ ਪ੍ਰੋਵਿੰਸਸ ਨੇ ਆਪਣਾ ਕੋਵਿਡ-19 ਟੀਕੇ ਦਾ ਪਲਾਨ ਤਿਆਰ ਕੀਤਾ ਹੈ ਜੋ ਸਮੇਂ-ਸਮੇਂ ਦੇ ਉੱਪਰ ਉਹਨਾਂ ਵੱਲੋਂ ਸਾਂਝਾ ਕੀਤਾ ਜਾਂਦਾ ਹੈ। ਇੱਕ ਪਾਸੇ ਚਰਚੇ ਹੈ ਫੈਡਰਲ ਸਰਕਾਰ ਦੀ ਉਸ ਗੱਲ ਦੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਛੁੱਟੀਆਂ ਦਾ ਪਲਾਨ ਬਣਾ ਰਹੇ ਹੋ ਤਾਂ ਉਸ ਨੂੰ ਕੈਨਸਲ ਕਰ ਦਿਓ, ਉਸ ਨੂੰ ਰੱਦ ਕਰ ਦਿਓ ਕਿਉਂਕਿ ਇਹ ਸਹੀ ਵੇਲਾ ਨਹੀਂ ਹੈ ਟਰੈਵਲ ਕਰਨ ਦਾ ਤੇ ਵਕੇਸ਼ਨਸ ਦੇ ਉੱਪਰ ਜਾਣ ਦਾ। ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਹੋਰ ਚਰਚਾ ਛਿੜਿਆ ਹੈ ਜੈਸਪਰ ਹੋਟਲ ਦੀ 9 ਹਫ਼ਤਿਆਂ ਦੇ ਲਈ ਬੁਕਿੰਗ ਕੀਤੀ ਗਈ ਹੈ। ਕਿਸ ਸ਼ਖਸ ਨੇ ਕੀਤੀ ਹੈ ਉਸ ਦਾ ਨਾਮ ਨਹੀਂ ਪਤਾ ਲੱਗਿਆ, ਨਾ ਹੀ ਹੋਟਲ ਮੈਨੇਜਮੈਂਟ ਵੱਲੋਂ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇੱਕ ਪਾਸੇ ਚਰਚਾ ਹੈ ਫੈਡਰਲ ਸਰਕਾਰ ਜੋ ਨਵੀਆਂ ਪਾਬੰਦੀਆਂ ਲਗਾਉਣ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਦ ਜਾਣਕਾਰੀ ਦਿੱਤੀ ਹੈ ਕਿ ਕੋਵਿਡ-19 ਦੇ ਦੌਰਾਨ ਕਿਸੇ ਵੀ ਤਰੀਕੇ ਦੇ ਟਰੈਵਲ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਛੁੱਟੀਆਂ ਮਨਾਉਣ ਦਾ ਇਹ ਸਹੀ ਵੇਲਾ ਨਹੀਂ ਹੈ। ਜੇਕਰ ਤੁਹਾਡਾ ਕੋਈ ਪਲਾਨ ਹੈ ਤਾਂ ਇਸ ਨੂੰ ਕੈਨਸਲ ਕਰ ਲਵੋ। ਪਰ ਦੂਜੇ ਪਾਸੇ ਚਰਚਾ ਹੈ ਅਲਬਰਟਾ ਦੇ ਵਿੱਚ ਜੋ ਇੱਕ ਜੈਸਪਰ ਪਾਰਕ ਲੌਜ ਨੂੰ ਕਿਸੇ ਮਿਸਟੀਰੀਅਸ ਗੈਸਟ ਨੇ ਬੁੱਕ ਕੀਤਾ ਹੋਇਆ ਹੈ। ਅਜੇ ਤੱਕ ਉਸ ਦਾ ਨਾਮ ਨਹੀਂ ਸਾਂਝਾ ਕੀਤਾ ਗਿਆ ਜਿਸ ਨੇ ਇਸ ਦੀ ਬੁਕਿੰਗ ਕੀਤੀ ਹੈ। ਇਸ ਹੋਟਲ ਨੂੰ 9 ਹਫ਼ਤਿਆਂ ਦੇ ਲਈ ਬੁੱਕ ਕੀਤਾ ਗਿਆ ਹੈ ਤੇ ਮੈਨੇਜਮੈਂਟ ਇਸ ਦੇ ਉੱਪਰ ਚੁੱਪ ਹੈ, ਜਾਣੀ ਕਿ ਉਸ ਵਿਅਕਤੀ ਦਾ ਨਾਮ ਦੱਸਣ ਤੇ ਖਾਮੋਸ਼ ਹੈ ਜਿਸ ਨੇ ਬੁਕਿੰਗ ਕਰਵਾਈ ਹੈ। ਫੇਅਰਮਾਊਂਟ ਹੋਟਲ ਦੇ ਆਫੀਸ਼ੀਅਲਸ ਨੇ ਕਿਹਾ ਕਿ ਫਰਵਰੀ 23 ਅਤੇ ਅਪ੍ਰੈਲ 29 ਦੇ ਲਈ ਲਗਜ਼ਰੀ ਰੂਮ ਸਰਵਿਸ ਬੰਦ ਰਹੇਗੀ। ਸੋਸ਼ਲ ਮੀਡੀਆ ਦੇ ਉੱਪਰ ਇਸ ਦੇ ਨਾਲ ਸੰਬੰਧਿਤ ਵੱਖ-ਵੱਖ ਵਿਚਾਰ ਰੱਖੇ ਜਾ ਰਹੇ ਹਨ। ਕੋਈ ਕਹਿ ਰਿਹਾ ਕਿ ਇੱਥੇ ਸ਼ੂਟਿੰਗ ਹੋਵੇਗੀ। ਨਾਲ ਹੀ ਦੱਸ ਦਈਏ ਕਿ ਜੋ ਇਸ ਹੋਟਲ ਦੇ ਵਿੱਚ ਪਹਿਲੀਆਂ ਬੁਕਿੰਗ ਕੀਤੀਆਂ ਗਈਆਂ ਸਨ, ਜਾਣੀ ਕਿ ਪ੍ਰੀ ਬੁਕਿੰਗ ਸਨ, ਉਹਨਾਂ ਨੂੰ ਕੈਨਸਲ ਕਰ ਦਿੱਤਾ ਗਿਆ ਹੈ। ਇਹ ਜੋ ਬਿਨਾਂ ਨਾਮ ਦੇ ਸ਼ਖਸ ਨੇ ਇਸ ਹੋਟਲ ਦੀ ਬੁਕਿੰਗ ਕੀਤੀ ਹੈ ਉਸ ਦੇ ਸੋਸ਼ਲ ਮੀਡੀਆ ਦੇ ਉੱਪਰ ਵੀ ਖੂਬ ਚਰਚੇ ਹਨ। ਪਰ ਇਸ ਹੋਟਲ ਦੇ ਅਧਿਕਾਰੀਆਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਇਸ ਵਿਅਕਤੀ ਦਾ ਨਾਮ ਕੀ ਹੈ ਤੇ ਨਾ ਹੀ ਹੋਰ ਕਿਸੇ ਤਰੀਕੇ ਦੀ ਡਿਟੇਲ ਸਾਂਝੀ ਕੀਤੀ ਗਈ ਹੈ। ਬਸ ਉਹਨਾਂ ਨੇ ਇਹ ਦੱਸਿਆ ਹੈ ਕਿ ਅਗਲੇ 9 ਹਫ਼ਤਿਆਂ ਤੱਕ ਇਸ ਦੀ ਪਹਿਲਾਂ ਹੀ ਬੁਕਿੰਗ ਕੀਤੀ ਹੈ ਤੇ ਇਹ ਬਾਕੀ ਲੋਕਾਂ ਦੇ ਲਈ ਬੰਦ ਰਹੇਗਾ। ਓਨਟਾਰੀਓ ਦੇ ਵਿੱਚ ਜੋ ਲਗਾਤਾਰ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਸਨ ਉਹਨਾਂ ਦੇ ਵਿੱਚ ਵੀ ਗਿਰਾਵਟ ਦੇਖੀ ਜਾ ਰਹੀ ਹੈ। ਕਿਊਬੈਕ ਦੇ ਵਿੱਚ ਹਸਪਤਾਲਾਂ ਦੀ ਮਰੀਜ਼ਾਂ ਦੀ ਗਿਣਤੀ ਜਿਹੜੀ ਹੈ ਉਹ ਘਟਦੀ ਨਜ਼ਰ ਆ ਰਹੀ ਹੈ। ਮੈਨੀਟੋਬਾ ਦੇ ਵਿੱਚ ਲਗਾਤਾਰ ਦੂਸਰਾ ਦਿਨ ਹੈ ਜਦੋਂ 100 ਤੋਂ ਘੱਟ ਮਾਮਲਿਆਂ ਦੀ ਪੁਸ਼ਟੀ ਹੋਈ ਹੋਵੇ। ਸੋ ਚੰਗੀ ਖਬਰ ਹੈ ਪ੍ਰੋਵਿੰਸਸ ਤੋਂ ਸਾਹਮਣੇ ਆ ਰਹੀ ਜਿੱਥੇ ਲਾਕਡਾਊਨ ਲਗਾਇਆ ਗਿਆ ਹੈ ਤੇ ਉਸ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ। ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਹਿੱਸੇ ਤੋਂ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਾਲ ਹੀ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕੇਸਿਸ ਓਵਰਵਿਊ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 1670 ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਏ ਹਨ। ਨਵੰਬਰ ਤੋਂ ਹੁਣ ਤੱਕ ਦੇ ਇਹ ਸਭ ਤੋਂ ਘੱਟ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਇੱਕ ਚੰਗੀ ਖਬਰ ਵੀ ਹੈ ਕਿਉਂਕਿ ਪਹਿਲਾਂ ਓਨਟਾਰੀਓ ਦੇ ਵਿੱਚ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਸਨ ਜਿਸ ਦੇ ਚੱਲਦਿਆਂ ਸਖਤੀਆਂ ਲਾਗੂ ਕੀਤੀਆਂ ਗਈਆਂ ਸਨ। ਟੋਰਾਂਟੋ ਤੋਂ 450, ਪੀਲ ਰੀਜਨ ਤੋਂ 342, ਯਾਰਕ ਰੀਜਨ ਤੋਂ 171, ਨਾਇਗਰਾ ਰੀਜਨ ਤੋਂ 128 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮਿਨਿਸਟਰੀ ਆਫ ਹੈਲਥ ਦੇ ਮੁਤਾਬਕ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1382 ਹੈ, ਜਿਨ੍ਹਾਂ ਵਿੱਚੋਂ 377 ਇੰਟੈਂਸਿਵ ਕੇਅਰ ਅਧੀਨ ਹਨ ਅਤੇ 291 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਤੋਂ 1328 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਾਲ ਹੀ 53 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਜਾਨ ਵੀ ਗਈ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 2,57,330 ਦੇ ਕਰੀਬ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। 9,630 ਦੇ ਕਰੀਬ ਜਾਨਾਂ ਗਈਆਂ। 2,32,000 ਦੇ ਕਰੀਬ ਇੱਥੇ ਰਿਕਵਰਡ ਕੇਸਿਸ, ਜਾਣੀ ਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੈ। ਹਸਪਤਾਲ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਘਟੀ ਹੈ। ਇਸ ਸਮੇਂ ਮਰੀਜ਼ਾਂ ਦੀ ਇੱਥੇ ਗਿਣਤੀ 1,290 ਹੈ, ਜਿਨ੍ਹਾਂ ਵਿੱਚੋਂ 221 ਇੰਟੈਂਸਿਵ ਕੇਅਰ ਅਧੀਨ ਹਨ। ਰਾਹਤ ਦੀ ਖਬਰ ਮੈਨੀਟੋਬਾ ਤੋਂ ਸਾਹਮਣੇ ਆਈ ਹੈ, ਜਿੱਥੇ ਲਗਾਤਾਰ ਦੂਸਰੇ ਦਿਨ 100 ਤੋਂ ਘੱਟ ਮਾਮਲੇ ਸਾਹਮਣੇ ਆਏ। ਇੱਥੇ 95 ਮਾਮਲੇ ਦਰਜ ਕੀਤੇ ਗਏ ਹਨ। ਹੁਣ ਤੱਕ 28,996 ਕੋਵਿਡ ਮਾਮਲੇ ਇੱਥੇ ਪਾਏ ਗਏ। ਇਸ ਸਮੇਂ ਪ੍ਰੋਵਿੰਸ ਦੇ ਵਿੱਚ 3,456 ਐਕਟਿਵ ਕੇਸ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 194 ਹੈ। ਹੁਣ ਤੱਕ ਕੈਨੇਡਾ ਦੇ ਵਿੱਚ 7,60,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। 19,509 ਜਾਨਾਂ ਜਾ ਚੁੱਕੀਆਂ ਨੇ। 6,82,000 ਇੱਥੇ ਹੁਣ ਤੱਕ ਦੇ ਰਿਕਵਰਡ ਕੇਸ ਹਨ। ਵੱਖ-ਵੱਖ ਕੈਨੇਡਾ ਦੇ ਪ੍ਰੋਵਿੰਸਸ ਨੇ ਸਖਤੀਆਂ ਕੀਤੀਆਂ, ਬਿਜ਼ਨਸ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਤਾਂ ਕਿ ਹਾਲਾਤਾਂ ਨੂੰ ਕਾਬੂ ਦੇ ਵਿੱਚ ਕਰ ਲਿਆ ਜਾਵੇ। ਅਲਬਰਟਾ ਦੀ ਗੱਲ ਕਰੀਏ ਤਾਂ ਉੱਥੋਂ ਮਾਮਲਾ ਸਾਹਮਣੇ ਆਇਆ ਜੋ ਰੂਰਲ ਏਰੀਆਜ਼ ਦੇ ਵਿੱਚ ਹੋਟਲ ਤੇ ਰੈਸਟੋਰੈਂਟ ਨੇ, ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਬਿਜ਼ਨਸ ਦੇ ਉੱਪਰ, ਉਹਨਾਂ ਦੇ ਕੰਮਕਾਜ ਦੇ ਉੱਪਰ ਕਾਫੀ ਜ਼ਿਆਦਾ ਇਸ ਦਾ ਅਸਰ ਪੈ ਰਿਹਾ ਹੈ। ਜੋ ਛੋਟੇ ਬਿਜ਼ਨਸ ਵਾਲੇ ਲੋਕ ਨੇ ਉਹ ਲਗਾਤਾਰ ਇਸ ਦੀ ਦੁਹਾਈ ਦਿੰਦੇ ਨਜ਼ਰ ਆ ਰਹੇ ਨੇ ਕਿ ਸਰਕਾਰ ਨੂੰ ਉਹਨਾਂ ਦੇ ਵਾਸਤੇ ਕੋਈ ਕਦਮ ਚੁੱਕਣਾ ਚਾਹੀਦਾ ਹੈ। ਸਮੇਂ-ਸਮੇਂ ਦੇ ਉੱਪਰ ਉਹਨਾਂ ਵੱਲੋਂ ਇਸ ਦੇ ਨਾਲ ਸੰਬੰਧਿਤ ਲੈਟਰ ਵੀ ਲਿਖੇ ਜਾ ਰਹੇ ਹਨ।
ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕੋਵਿਡ-19 ਦੇ ਕਰਕੇ ਸਖਤੀਆਂ ਕੀਤੀਆਂ ਗਈਆਂ ਹਨ। ਅਲਬਰਟਾ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਕਰੋਨਾ ਕਾਰਨ ਜੋ ਪਾਬੰਦੀਆਂ ਲੱਗੀਆਂ ਨੇ ਉਸ ਦਾ ਅਸਰ ਖਾਸ ਦਿਖਾਈ ਦੇ ਰਿਹਾ ਹੈ। ਦਰਅਸਲ ਇਸ ਦਾ ਅਸਰ ਦੁਕਾਨਦਾਰਾਂ ਦੇ ਉੱਪਰ ਅਤੇ ਬਿਜ਼ਨਸ ਕਰਨ ਵਾਲਿਆਂ ਦੇ ਉੱਪਰ ਦਿਖ ਰਿਹਾ ਹੈ। ਇਸ ਸਭ ਤੋਂ ਕਾਫੀ ਪਰੇਸ਼ਾਨ ਵੀ ਨਜ਼ਰ ਆ ਰਹੇ ਹਨ। ਅਲਬਰਟਾ ਦੇ ਵਿੱਚ ਕਰੋਨਾ ਦੇ ਕਾਰਨ ਰੈਸਟੋਰੈਂਟ ਅਤੇ ਬਾਰ ਬੰਦ ਪਏ ਹਨ, ਜਿਸ ਦੇ ਕਾਰਨ ਲੋਕਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਇਹਨਾਂ ਰੈਸਟੋਰੈਂਟਸ ਨੂੰ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹਨਾਂ ਨੂੰ ਬੰਦ ਕਰਨ ਦਾ ਹੁਕਮ ਨਹੀਂ ਦੇਣਾ ਚਾਹੀਦਾ ਸੀ। ਰੂਰਲ ਏਰੀਆਜ਼ ਦੇ ਵਿੱਚ ਇਸ ਨੂੰ ਲੈ ਕੇ ਛੋਟ ਦੇਣ ਦੀ ਵੀ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਉਹਨਾਂ ਕਿਹਾ ਕਿ ਜਿੱਥੇ ਜ਼ਿਆਦਾ ਭੀੜ ਹੁੰਦੀ ਹੈ ਉੱਥੇ ਪਾਬੰਦੀਆਂ ਹੋਣੀਆਂ ਚਾਹੀਦੀਆਂ ਸਨ, ਪਰ ਰੂਰਲ ਏਰੀਆਜ਼ ਦੇ ਵਿੱਚ ਇਸ ਦੇ ਉੱਪਰ ਛੋਟ ਦੇਣੀ ਚਾਹੀਦੀ ਸੀ। ਇਹਨਾਂ ਰੈਸਟੋਰੈਂਟਸ ਨੂੰ ਚਲਾਉਣ ਵਾਲਿਆਂ ਨੇ ਕਿਹਾ ਕਿ ਉਹਨਾਂ ਨੇ ਕਈ ਵਾਰ ਸਰਕਾਰ ਨੂੰ ਅਪੀਲ ਕੀਤੀ ਹੈ, ਕਈ ਵਾਰ ਉਹਨਾਂ ਵੱਲੋਂ ਲੈਟਰ ਲਿਖੇ ਗਏ ਹਨ, ਪੋਸਟਾਂ ਵੀ ਪਾਈਆਂ ਗਈਆਂ ਹਨ ਕਿ ਉਹਨਾਂ ਨੂੰ ਇਸ ਦੇ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ, ਜਿਸ ਦੇ ਉੱਪਰ ਉਹ ਸੋਚ ਵਿਚਾਰ ਕਰਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲਗਾਈ ਗਈ ਇਸ ਪਾਬੰਦੀ ਤੋਂ ਅਸੀਂ ਪਰੇਸ਼ਾਨ ਹਾਂ। ਸਰਕਾਰ ਨੂੰ ਹਰ ਥਾਂ ਦੇ ਉੱਪਰ ਇੱਕੋ ਜਿਹੇ ਨਿਯਮ ਲਗਾਉਣ ਜਾਂ ਫਿਰ ਥਾਂ ਜ਼ਰੂਰਤ ਦੇ ਹਿਸਾਬ ਦੇ ਨਾਲ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਜੋ ਪਾਬੰਦੀਆਂ ਲਗਾਈਆਂ ਗਈਆਂ ਹਨ ਉਸ ਦਾ ਸਭ ਤੋਂ ਜ਼ਿਆਦਾ ਅਸਰ ਛੋਟੇ ਵਪਾਰੀਆਂ ਦੇ ਉੱਪਰ ਪੈ ਰਿਹਾ ਹੈ। ਕੌਣ ਕਹਿੰਦਾ ਹੈ ਕਿ ਇਮਾਨਦਾਰੀ ਖਤਮ ਹੋ ਗਈ ਹੈ? ਕੈਨੇਡਾ ਦੇ ਇੱਕ ਸ਼ਖਸ ਨੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ, ਉਸ ਵੱਲੋਂ ਮਿਸਾਲ ਕਾਇਮ ਕੀਤੀ ਗਈ ਹੈ। ਦਰਅਸਲ ਇਸ ਸ਼ਖਸ ਨੂੰ ਸਟੋਰ ਤੋਂ ਦਾਨ ਕੀਤੇ ਹੋਏ ਕੱਪੜੇ ਮਿਲੇ, ਉਸ ਦੇ ਵਿੱਚ ਪੈਸੇ ਸਨ ਤੇ ਉਸਨੇ ਸਟੋਰ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ। ਫਿਰ ਸਟੋਰ ਦੇ ਮਾਲਕ ਨੇ ਪੁਲਿਸ ਵਾਲਿਆਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ। ਪੁਲਿਸ ਵਾਲਿਆਂ ਨੇ ਪਤਾ ਲਗਾਇਆ ਕਿ ਕਿਸ ਦੇ ਇਹ ਪੈਸੇ ਹਨ। ਦੱਸਿਆ ਜਾ ਰਿਹਾ ਹੈ ਇੱਕ ਔਰਤ ਦੇ ਪੈਸੇ ਹਨ ਤੇ ਉਸ ਨੂੰ ਹੁਣ ਉਹ ਵਾਪਸ ਕੀਤੇ ਜਾਣਗੇ। ਕੌਣ ਕਹਿੰਦਾ ਹੈ ਕਿ ਦੁਨੀਆ ਦੇ ਵਿੱਚ ਇਮਾਨਦਾਰ ਲੋਕ ਨਹੀਂ ਹਨ? ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਵਿਅਕਤੀ ਨੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ। ਜੋ ਦਾਨ ਕੀਤੇ ਕੱਪੜੇ ਉਸ ਨੂੰ ਮਿਲੇ ਸਨ, ਉਸ ਦੇ ਵਿੱਚ ਵੱਡੀ ਰਾਸ਼ੀ ਉਸ ਦੇ ਹੱਥ ਲੱਗੀ, ਪਰ ਉਸ ਵਿਅਕਤੀ ਨੇ ਆਪਣੇ ਕੋਲ ਉਸ ਨੂੰ ਨਹੀਂ ਰੱਖਿਆ, ਬਲਕਿ ਉਸ ਰਾਸ਼ੀ ਨੂੰ ਜਾਣੀ ਕਿ ਉਸ ਪੈਸਿਆਂ ਨੂੰ ਵਾਪਸ ਕਰ ਦਿੱਤਾ। ਇਹ ਮਿਸਾਲ ਕਾਇਮ ਕੀਤੀ ਹੈ ਵੈਂਕੂਵਰ ਦੇ ਇੱਕ ਵਿਅਕਤੀ ਨੇ। ਹੁਣ ਹਰ ਪਾਸੇ ਇਸ ਵਿਅਕਤੀ ਦੀਆਂ ਸਿਫਤਾਂ ਹੋ ਰਹੀਆਂ ਹਨ। ਵੈਂਕੂਵਰ ਦਾ ਇੱਕ ਸਟੋਰ ਆਪਣੇ ਪੁਰਾਣੇ ਕੱਪੜੇ ਲੋਕਾਂ ਨੂੰ ਦਾਨ ਕਰਦਾ ਹੈ ਅਤੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਵਿਅਕਤੀ ਨੂੰ ਦਾਨ ਕੀਤੇ ਕੱਪੜਿਆਂ ਦੇ ਵਿੱਚੋਂ 85,549 ਕੈਨੇਡੀਅਨ ਡਾਲਰ ਮਿਲੇ। ਇਮਾਨਦਾਰੀ ਦਿਖਾਉਂਦਿਆਂ ਉਸਨੇ ਇਹ ਪੈਸੇ ਮਾਲਕ ਨੂੰ ਵਾਪਸ ਕਰ ਦਿੱਤੇ। ਇਹ ਖਬਰ ਫਿਰ ਬਾਅਦ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ। ਇਸ ਸਟੋਰ ਦੇ ਮਾਲਕ ਵੱਲੋਂ ਜਿਸ ਨੂੰ ਪੈਸੇ ਵਾਪਸ ਕੀਤੇ ਗਏ ਹਨ, ਉਸਨੇ ਵੈਂਕੂਵਰ ਪੁਲਿਸ ਨੂੰ ਫੋਨ ਕਰਕੇ ਇਸ ਪੂਰੀ ਘਟਨਾ ਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ। ਉਸਨੇ ਦੱਸਿਆ ਕਿ ਉਹ ਕੱਪੜਿਆਂ ਵਾਲੇ ਬੈਗ ਦੇ ਵਿੱਚੋਂ ਕੱਪੜੇ ਕੱਢ ਕੇ ਬੈਗ ਹੇਠਾਂ ਸੁੱਟ ਰਿਹਾ ਸੀ। ਇਸ ਵਿੱਚੋਂ ਨੋਟਾਂ ਦੀ ਬਰਸਾਤ ਹੋਣ ਲੱਗੀ। ਪੁਲਿਸ ਨੇ ਇਹ ਰਾਸ਼ੀ ਕਬਜ਼ੇ ਦੇ ਵਿੱਚ ਲੈ ਕੇ ਅਸਲੀ ਮਾਲਕ ਦੀ ਭਾਲ ਕੀਤੀ ਹੈ। ਹੁਣ ਪੁਲਿਸ ਵੱਲੋਂ ਅਸਲੀ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਕਿ ਉਸ ਤੱਕ ਇਹ ਪੈਸੇ ਪਹੁੰਚਾਏ ਜਾ ਸਕਣ। ਪੁਲਿਸ ਨੂੰ ਬਾਅਦ ਦੇ ਵਿੱਚ ਉਸ ਦਾ ਪਤਾ ਵੀ ਚੱਲ ਗਿਆ ਜਿਸ ਦੇ ਇਹ ਪੈਸੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਬਜ਼ੁਰਗ ਔਰਤ ਦੇ ਪੈਸੇ ਸਨ ਜੋ ਇਸ ਨੂੰ ਰੱਖ ਕੇ ਭੁੱਲ ਗਈ ਸੀ ਅਤੇ ਹੁਣ ਉਹ ਆਸ਼ਰਮ ਦੇ ਵਿੱਚ ਰਹਿ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਡੋਨਲਡ ਟਰੰਪ ਜੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਹਨ, ਉਹਨਾਂ ਦੇ ਉੱਪਰ ਇੰਪੀਚਮੈਂਟ ਦਾ ਪ੍ਰੋਸੈਸ ਟਲ ਸਕਦਾ ਹੈ, ਜਾਣੀ ਕਿ ਉਹ ਇਸ ਤੋਂ ਬਰੀ ਹੋ ਸਕਦੇ ਹਨ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਡੈਮੋਕ੍ਰੇਟਸ ਜਿਹੜੇ ਨੇ ਉਹਨਾਂ ਦੀ ਸੈਨੇਟ ਦੇ ਵਿੱਚ ਗਿਣਤੀ ਘੱਟ ਹੈ। ਜੇਕਰ ਉਹ ਗਿਣਤੀ ਜਿਹੜੀ ਹੈ ਜ਼ਿਆਦਾ ਹੁੰਦੀ ਹੈ ਜਾਂ ਫਿਰ ਰਿਪਬਲਿਕਨਸ ਦਾ ਸਾਥ ਉਹਨਾਂ ਨੂੰ ਮਿਲਦਾ ਹੈ ਤਾਂ ਫਿਰ ਇਹ ਜਿਹੜਾ ਇੰਪੀਚਮੈਂਟ ਦਾ ਪ੍ਰੋਸੈਸ ਹੈ ਇਸ ਨੂੰ ਸੁਖਾਲੇ ਤਰੀਕੇ ਦੇ ਨਾਲ ਚਲਾਇਆ ਜਾ ਸਕਦਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਪਰ ਇੰਪੀਚਮੈਂਟ ਦਾ ਪ੍ਰੋਸੈਸ ਸ਼ੁਰੂ ਹੋਣ ਵਾਲਾ ਹੈ, ਪਰ ਅਜਿਹੇ ਦੇ ਵਿੱਚ ਖਬਰਾਂ ਹੁਣ ਸਾਹਮਣੇ ਆ ਰਹੀਆਂ ਹਨ ਕਿ ਮਹਾਦੋਸ਼ ਦੀ ਇਸ ਕਾਰਵਾਈ ਤੋਂ ਟਰੰਪ ਬਰੀ ਹੋ ਸਕਦੇ ਹਨ, ਜਾਣੀ ਕਿ ਬਚ ਸਕਦੇ ਹਨ। ਅਜਿਹੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ। ਇਸ ਪਿੱਛੇ ਕਾਰਨ ਕੀ ਹੈ? ਇਸ ਪਿੱਛੇ ਸਭ ਤੋਂ ਵੱਡਾ ਕਾਰਨ ਸੈਨੇਟ ਦੇ ਵਿੱਚ ਡੈਮੋਕ੍ਰੇਟਸ ਦੇ ਕੋਲ ਲੋੜ ਮੁਤਾਬਕ ਮੈਂਬਰ ਨਹੀਂ ਹਨ। ਇੰਨਾ ਹੀ ਨਹੀਂ, ਉਹਨਾਂ ਨੂੰ ਇਸ ਮੁੱਦੇ ਤੇ ਰਿਪਬਲਿਕਨਸ ਦੀ ਹਮਾਇਤ ਵੀ ਨਹੀਂ ਮਿਲ ਸਕੀ। ਦੱਸੀਏ ਕਿ ਡੈਮੋਕ੍ਰੇਟਸ ਨੇ ਅਮਰੀਕੀ ਸੰਸਦ ਦੇ ਵਿੱਚ ਜੋ ਹਿੰਸਾ ਹੋਈ ਉਸ ਨੂੰ ਭੜਕਾਉਣ ਦੇ ਦੋਸ਼ ਦੇ ਵਿੱਚ ਟਰੰਪ ਦੇ ਉੱਪਰ ਇੰਪੀਚਮੈਂਟ ਦੇ ਪ੍ਰੋਸੈਸ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਇਸ ਦੇ ਲਈ ਸੈਨੇਟ ਦੇ ਵਿੱਚ 2/3 ਵੋਟਾਂ ਦੀ ਲੋੜ ਹੈ। ਇਸ ਸਮੇਂ 100 ਸੀਟਾਂ ਵਾਲੀ ਸੈਨੇਟ ਦੇ ਵਿੱਚ ਡੈਮੋਕ੍ਰੇਟਸ ਅਤੇ ਰਿਪਬਲਿਕਨ ਦੇ 50-50 ਮੈਂਬਰ ਹਨ। ਟਰੰਪ ਤੇ ਇੰਪੀਚਮੈਂਟ ਦੀ ਕਾਰਵਾਈ ਚਲਾਉਣ ਦੇ ਲਈ 17 ਰਿਪਬਲਿਕਨ ਸੰਸਦ ਮੈਂਬਰਾਂ ਦੀ ਲੋੜ ਹੈ ਤਾਂ ਕਿ 2/3 ਦੇ ਅੰਕੜੇ ਤੱਕ ਪਹੁੰਚਿਆ ਜਾ ਸਕੇ। ਦੱਸ ਦਈਏ ਕਿ ਜੇਕਰ ਟਰੰਪ ਇੰਪੀਚਮੈਂਟ ਦੀ ਕਾਰਵਾਈ ਤੋਂ ਬਚ ਜਾਂਦੇ ਹਨ ਤੇ ਅਜਿਹਾ ਦੂਸਰੀ ਵਾਰ ਹੋਵੇਗਾ ਜਦੋਂ ਸੈਨੇਟ ਤੋਂ ਉਹਨਾਂ ਨੂੰ ਰਾਹਤ ਮਿਲੇਗੀ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਡੋਨਲਡ ਟਰੰਪ ਦੇ ਉੱਪਰ ਜੋ ਇੰਪੀਚਮੈਂਟ ਦਾ ਪ੍ਰੋਸੈਸ ਹੈ ਉਸ ਨੂੰ ਲੈ ਕੇ ਕੀ ਹੁੰਦਾ ਹੈ, ਕਿ ਡੋਨਲਡ ਟਰੰਪ ਦੇ ਉੱਪਰ ਮਹਾਦੋਸ਼ ਤੈਅ ਹੁੰਦੇ ਹਨ ਜਾਂ ਫਿਰ ਇੱਕ ਵਾਰ ਫਿਰ ਤੋਂ ਉਹਨਾਂ ਦਾ ਬਚਾਅ ਹੋ ਜਾਂਦਾ ਹੈ।
ਭਾਰਤ ਦੇ ਕਿਸਾਨ ਆਪਣੇ ਹੱਕਾਂ ਦੇ ਲਈ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਡਟੇ ਹੋਏ ਹਨ। ਕੱਲ ਜੋ ਹਿੰਸਾ ਹੋਈ ਹੈ, ਜਿੱਥੇ ਇੱਕ ਪਾਸੇ ਇੰਟਰਨੈਸ਼ਨਲ ਅਖਬਾਰਾਂ ਦੀਆਂ ਇਹ ਸੁਰਖੀਆਂ ਬਣੀਆਂ ਨੇ, ਦੂਜੇ ਪਾਸੇ ਯੂਐਨ ਤੱਕ ਵੀ ਇਹ ਮੁੱਦਾ ਪਹੁੰਚਿਆ। ਯੂਐਨ ਵੱਲੋਂ ਕਿਹਾ ਗਿਆ ਹੈ ਕਿ ਅਹਿੰਸਾ ਦੇ ਜੋ ਸਾਨੂੰ ਉਸ ਨੂੰ ਕਦਰ ਕਰਨੀ ਚਾਹੀਦੀ ਹੈ, ਸਪੋਰਟ ਕਰਨਾ ਚਾਹੀਦਾ ਹੈ ਤੇ ਹਰ ਕਿਸੇ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਕਰਨ ਦਾ, ਪ੍ਰੋਟੈਸਟ ਕਰਨ ਦਾ ਪੂਰਾ ਹੱਕ ਹੈ। ਕੱਲ ਦਿੱਲੀ ਦੇ ਵਿੱਚ ਲਾਲ ਕਿਲੇ ਤੇ ਜੋ ਹਿੰਸਾ ਹੋਈ ਹੈ, ਉਹ ਇੱਕ ਪਾਸੇ ਕਈ ਇੰਟਰਨੈਸ਼ਨਲ ਜਾਨੀ ਕਿ ਅੰਤਰਰਾਸ਼ਟਰੀ ਅਖਬਾਰਾਂ ਦੀ ਸੁਰਖੀ ਬਣੀ ਹੈ ਤੇ ਉਧਰ ਹੀ ਇਹ ਮਾਮਲਾ ਯੂਐਨ ਤੱਕ ਵੀ ਪਹੁੰਚ ਗਿਆ ਹੈ। ਇਸ ਦੇ ਉੱਪਰ ਯੂਐਨ ਵੱਲੋਂ ਆਪਣੀ ਸਖਤ ਪ੍ਰਤੀਕਿਰਿਆ ਦਿੱਤੀ ਗਈ ਹੈ। ਕਿਸਾਨ ਖੇਤੀਬਾੜੀ ਦੇ ਨਾਲ ਸੰਬੰਧਿਤ ਜੋ ਸਰਕਾਰ ਨੇ 3 ਕਾਨੂੰਨ ਲਿਆਂਦੇ ਨੇ, ਉਹਨਾਂ ਨੂੰ ਵਾਪਸ ਲੈਣ ਦੇ ਲਈ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਇਸੇ ਦੇ ਚੱਲਦਿਆਂ ਹੀ ਮੰਗਲਵਾਰ ਨੂੰ ਦਿੱਲੀ ਦੇ ਵਿੱਚ ਟਰੈਕਟਰ ਪਰੇਡ ਕੱਢੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀ ਜੋ ਲਾਲ ਕਿਲੇ ਦੇ ਵਿੱਚ ਮੌਜੂਦ ਸਨ, ਉਹਨਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਭਾਰਤ ਦੇ ਵਿੱਚ ਕਿਸਾਨਾਂ ਦੇ ਪੁਲਿਸ ਮੁਲਾਜ਼ਮਾਂ ਦਰਮਿਆਨ ਹੋਈ ਇਸ ਹਿੰਸਕ ਝੜਪ ਦੇ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰਸ ਦੇ ਬੁਲਾਰੇ ਨੇ ਕਿਹਾ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਅਤੇ ਅਹਿੰਸਾ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਦੱਸ ਦਈਏ ਕਿ ਇਹ ਮਾਮਲਾ ਇੰਟਰਨੈਸ਼ਨਲ ਮੀਡੀਆ ਵੱਲੋਂ ਵੀ ਕਵਰ ਕੀਤਾ ਗਿਆ ਅਤੇ ਕਈ ਅਖਬਾਰਾਂ ਦੇ ਪਹਿਲੇ ਪੇਜ ਦੀ ਸੁਰਖੀ ਵੀ ਬਣਿਆ। ਦਿੱਲੀ ਪੁਲਿਸ ਨੇ ਹੁਣ ਤੱਕ ਕਿਸਾਨਾਂ ਦੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸੰਬੰਧ ਦੇ ਵਿੱਚ 22 FIR ਦਰਜ ਕੀਤੀਆਂ ਨੇ। ਨਵੀਂ ਦਿੱਲੀ ਦੇ ਵਿੱਚ ਜੋ ਹਿੰਸਾ ਹੋਈ ਹੈ, ਉਸ ਦੇ ਸਵਾਲ ਦੇ ਉੱਪਰ ਜਨਰਲ ਸਕੱਤਰ ਗੁਟੇਰਸ ਦੇ ਸਪੋਕਸਪਰਸਨ ਸਟੀਫਨ ਨੇ ਕਿਹਾ ਕਿ ਜਿਵੇਂ ਅਸੀਂ ਅਜਿਹੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਹਿੰਦੇ ਹਾਂ, ਮੈਂ ਸਮਝਦਾਰ ਹਾਂ ਕਿ ਸ਼ਾਂਤਮਈ ਪ੍ਰਦਰਸ਼ਨ, ਇਕੱਠ ਕਰਨ ਦੀ ਆਜ਼ਾਦੀ ਅਤੇ ਅਹਿੰਸਾ ਦਾ ਸਨਮਾਨ ਕਰਨਾ ਜ਼ਰੂਰੀ ਹੈ। ਦੱਸ ਦਈਏ ਕਿ ਕਿਸਾਨ ਮੋਰਚਾ ਨੇ ਟਰੈਕਟਰ ਪਰੇਡ ਦੌਰਾਨ ਜੋ ਹਿੰਸਾ ਹੋਈ ਹੈ, ਅਜਿਹਾ ਕਰਨ ਵਾਲਿਆਂ ਤੋਂ ਆਪਣੇ ਆਪ ਨੂੰ ਅਲੱਗ ਕਰ ਦਿੱਤਾ ਅਤੇ ਦੋਸ਼ ਲਾਇਆ ਕਿ ਕੁਝ ਸਮਾਜ ਵਿਰੋਧੀ ਅੰਸਰ ਵਿਰੋਧ ਪ੍ਰਦਰਸ਼ਨ ਦੇ ਵਿੱਚ ਦਾਖਲ ਹੋਏ, ਨਹੀਂ ਤਾਂ ਪ੍ਰਦਰਸ਼ਨ ਸ਼ਾਂਤਮਈ ਹੋਣਾ ਸੀ। H-1B ਵੀਜ਼ਾ ਦੇ ਉੱਪਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੋਕ ਲਗਾਈ ਸੀ, ਪਾਬੰਦੀਆਂ ਲਗਾਈਆਂ ਸਨ। ਜੋ ਬਾਈਡਨ ਨੇ ਆਪਣਾ ਅਹੁਦਾ ਸੰਭਾਲਦਿਆਂ ਐਕਸ਼ਨ ਮੋਡ ਦਿਖਾਇਆ। ਉਹਨਾਂ ਵੱਲੋਂ ਕਈ ਫੈਸਲਿਆਂ ਨੂੰ ਜੋ ਡੋਨਾਲਡ ਟਰੰਪ ਵੱਲੋਂ ਲਾਗੂ ਕੀਤੇ ਗਏ ਸਨ, ਉਹਨਾਂ ਨੂੰ ਬਦਲਿਆ ਹੈ। ਇਸ ਵੀਜ਼ੇ ਨਾਲ ਸੰਬੰਧਿਤ ਉਹਨਾਂ ਵੱਲੋਂ ਰਾਹਤ ਦਿੱਤੀ ਗਈ ਹੈ। ਭਾਰਤੀਆਂ ਦੇ ਲਈ ਚੰਗੀ ਤੇ ਖੁਸ਼ੀ ਵਾਲੀ ਇਹ ਖਬਰ ਸਾਹਮਣੇ ਆਈ ਹੈ ਕਿ ਹੁਣ ਡੋਨਾਲਡ ਟਰੰਪ ਦਾ ਜੋ ਫੈਸਲਾ ਸੀ H-1B ਵੀਜ਼ਾ ਦੇ ਉੱਪਰ ਰੋਕ ਲਗਾਉਣ ਦਾ, ਪਾਬੰਦੀਆਂ ਲਗਾਉਣ ਦਾ, ਉਸ ਨੂੰ ਜੋ ਬਾਈਡਨ ਨੇ ਆਉਂਦਿਆਂ ਹੀ ਬਦਲ ਦਿੱਤਾ ਹੈ। ਜੋ ਬਾਈਡਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਿਆਂ ਹੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ। ਉਹਨਾਂ ਵੱਲੋਂ ਕਈ ਐਲਾਨ ਕੀਤੇ ਗਏ। ਕਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲਿਆਂ ਨੂੰ ਪਲਟਿਆ ਗਿਆ ਹੈ। ਅਜਿਹੇ ਦੇ ਵਿੱਚ ਹੁਣ ਬਾਈਡਨ ਵੱਲੋਂ ਭਾਰਤੀਆਂ ਨੂੰ ਖੁਸ਼ ਕੀਤਾ ਗਿਆ ਹੈ। ਦਰਅਸਲ ਬਾਈਡਨ ਨੇ H-1B ਵੀਜ਼ਾ ਦੇ ਉੱਪਰ ਵੱਡੀ ਰਾਹਤ ਦਿੱਤੀ ਹੈ। ਜੋ ਬਾਈਡਨ ਪ੍ਰਸ਼ਾਸਨ ਨੇ ਇੱਕ ਅਹਿਮ ਫੈਸਲਾ ਲਿਆ ਹੈ। H-1B ਵੀਜ਼ਾ ਹੋਲਡਰ ਮੁਲਾਜ਼ਮ ਅਤੇ H-4 ਵੀਜ਼ਾ ਹੋਲਡਰਸ ਪਾਰਟਨਰਸ ਨੂੰ ਕੰਮ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨ ਦੇ ਵਿੱਚ ਜਾਨੀ ਕਿ ਟੈਨਿਓਰ ਦੇ ਵਿੱਚ H-1B ਵੀਜ਼ਾ ਹੋਲਡਰਸ ਦੇ ਉੱਪਰ ਅਤੇ ਜੀਵਨ ਸਾਥੀਆਂ ਨੂੰ ਇਸ ਗੱਲ ਦਾ ਖਦਸ਼ਾ ਸੀ ਕਿ ਅਮਰੀਕਾ ਦੇ ਵਿੱਚ 4 ਸਾਲ ਬਿਤਾਉਣ ਤੋਂ ਬਾਅਦ ਪਤਾ ਨਹੀਂ ਉਹਨਾਂ ਨੂੰ ਅਗਲੇ ਕੰਮ ਦੀ ਇਜਾਜ਼ਤ ਮਿਲੇਗੀ ਜਾਂ ਫਿਰ ਨਹੀਂ। ਬਾਈਡਨ ਪ੍ਰਸ਼ਾਸਨ ਵੱਲੋਂ ਜੋ ਇਸ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ, ਉਸ ਤੋਂ ਬਾਅਦ ਸਾਰੇ ਡਾਊਟਸ ਕਲੀਅਰ ਹੋ ਗਏ ਹਨ। ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਵਧੇਰੇ ਭਾਰਤੀ IT ਪ੍ਰੋਫੈਸ਼ਨਲਿਸਟ H-1B ਵੀਜ਼ਾ ਹੋਲਡਰ ਹਨ। ਅਸਲ ਦੇ ਵਿੱਚ ਸਾਲ 2015 ਦੀਆਂ ਗਰਮੀਆਂ ਤੱਕ H-4 ਵੀਜ਼ਾ ਧਾਰਕਾਂ ਨੂੰ ਜਾਨੀ ਕਿ ਹੋਲਡਰਾਂ ਨੂੰ ਕਾਨੂੰਨੀ ਤੌਰ ਦੇ ਉੱਪਰ ਕੋਈ ਕੰਮ ਨਹੀਂ ਕਰ ਸਕਦੇ ਸਨ। ਹੁਣ ਜੋ ਇਹ ਫੈਸਲਾ ਜੋ ਬਾਈਡਨ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ, ਉਸ ਦੇ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜੇਕਰ ਅਸੀਂ ਟਰੰਪ ਪ੍ਰਸ਼ਾਸਨ ਦੀ ਮੰਨੀਏ ਤਾਂ ਉਹਨਾਂ ਨੇ ਇਸ ਕਦਮ ਨੂੰ ਸਹੀ ਦੱਸਿਆ ਸੀ। ਉਹਨਾਂ ਕਿਹਾ ਸੀ ਕਿ ਇਹ ਆਰਥਿਕ ਤੌਰ ਦੇ ਉੱਪਰ ਅਹਿਮ ਕਦਮ ਹੈ। ਪਰ ਹੁਣ ਜੋ ਬਾਈਡਨ ਨੇ ਟਰੰਪ ਦੇ ਇਸ ਫੈਸਲੇ ਨੂੰ ਬਦਲਿਆ ਹੈ ਅਤੇ ਵੱਡੀ ਰਾਹਤ H-1B ਵੀਜ਼ਾ ਵਾਲਿਆਂ ਨੂੰ ਦੇ ਦਿੱਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟੋਰਾਂਟੋ ਦੀਆਂ ਉਡਾਨਾਂ ਦੇ ਉੱਪਰ ਲੱਗੀ ਰੋਕ, 에ਅਰ ਟ੍ਰਾਂਜ਼ਿਟ ਨੇ ਕੀਤੀਆਂ ਫਲਾਈਟਾਂ ਬੰਦ। ਕੈਨੇਡਾ ਨਹੀਂ ਲਵੇਗਾ ਫਾਈਜ਼ਰ ਟੀਕੇ ਦੇ ਉੱਪਰ ਲੀਗਲ ਐਕਸ਼ਨ, ਮੰਤਰੀ ਨੇ ਦੱਸਿਆ ਪੂਰਾ ਮਾਮਲਾ। ਮੈਨੀਟੋਬਾ ਆਉਣ ਵਾਲਿਆਂ ਦੀ ਸਖਤੀਆਂ ਜਾਰੀ, ਹੁਣ 14 ਦਿਨਾਂ ਦਾ ਇਕਾਂਤਵਾਸ ਜ਼ਰੂਰੀ। ਯੂਐਨ ਤੱਕ ਪਹੁੰਚੀ ਅੰਦੋਲਨ ਦੇ ਵਿੱਚ ਹਿੰਸਾ ਦੀ ਗੱਲ, ਕਿਹਾ ਅਹਿੰਸਾ ਦਾ ਸਤਿਕਾਰ ਕਰਨਾ ਜ਼ਰੂਰੀ। ਨਿਯਮ ਤੋੜ ਕਰੋਨਾ ਟੀਕਾ ਲਗਵਾਉਣ ਯੂਕੌਨ ਗਿਆ ਜੋੜਾ, ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੂਸਰਾ ਸ਼ਾਟ ਲਗਾਉਣ ਦੇ ਲਈ ਕਰਨਾ ਪਵੇਗਾ ਇੰਤਜ਼ਾਰ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।